ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸੋਝੀ ਦਿੰਦੇ ਨੇ, ਸਾਨੂੰ ਇਸ ਜੀਵਨ ਨੂੰ ਜੀਣ ਦੀ ਜਾਚ ਦੱਸਦੇ ਨੇ। ਮਹਾਰਾਜ ਕਹਿੰਦੇ ਕਿ ਜੇ ਤੁਸੀਂ ਇਸ ਸੰਸਾਰ ਦੇ ਵਿੱਚੋਂ ਮੁਕਤ ਹੋਣਾ ਚਾਹੁੰਦੇ ਹੋ, ਭਾਵ ਜੇ ਤੁਸੀਂ ਇਸ ਜੂਨਾਂ ਦੇ ਵਿੱਚੋਂ ਮੁਕਤ ਹੋਣਾ ਚਾਹੁੰਦੇ ਜੋ ਬਾਰ-ਬਾਰ ਸਾਨੂੰ ਦੁੱਖ ਲੱਗਾ ਹੋਇਆ ਹੈ ਵੀ ਜਨਮ ਲੈ ਲਿਆ, ਫਿਰ ਮਰ ਗਏ, ਫਿਰ ਕਿਸੇ ਹੋਰ ਜੂਨ ਦੇ ਵਿੱਚ ਜਨਮ ਲੈ ਕੇ ਮਰ ਗਏ। ਇਹ ਗੁਰਮੁਖੋ ਸਭ ਤੋਂ ਵੱਡਾ ਸਾਨੂੰ ਦੁੱਖ ਹੈ ਕਿ ਅਸੀਂ ਬਾਰ-ਬਾਰ ਜੂਨਾਂ ਦੇ ਵਿੱਚ ਆ ਰਹੇ ਹਾਂ ਔਰ ਬਾਰ-ਬਾਰ ਆਪਾਂ ਨੂੰ ਜਨਮ ਮਰਨ ਦਾ ਚੱਕਰ ਜਿਹੜਾ ਹੈ ਉਹ ਸਾਡਾ ਖਤਮ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਇਸ ਨੂੰ ਖਤਮ ਕਰਨਾ ਹੈ ਅਤੇ ਫਿਰ ਮਹਾਰਾਜ ਕਹਿੰਦੇ ਕਿ ਤੁਹਾਨੂੰ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ, ਕਿਉਂਕਿ ਇਹ ਤਾਂ ਸਾਨੂੰ ਦੁੱਖ ਲੱਗਾ ਹੋਇਆ ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਹਾਂ। ਭਾਵ ਅਸੀਂ ਗੁਰੂ ਦੇ ਬਚਨ ਨਹੀਂ ਮੰਨਦੇ, ਗੁਰੂ ਦੀ ਸਿੱਖਿਆ ਆਪਾਂ ਸਾਡੇ ਮਨ ਦੇ ਵਿੱਚ ਨਹੀਂ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਗੁਰੂ ਤੋਂ ਬੇਮੁਖ ਹੋ ਕੇ ਔਰ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਹਾਂ। ਜੋ ਸਾਨੂੰ ਇਸ ਸਰੀਰ ਮਿਲਿਆ ਹੈ, ਮਨੁੱਖਾ ਜਨਮ ਮਿਲਿਆ ਹੈ, ਇਸ ਦਾ ਵੀ ਸਾਨੂੰ ਪਤਾ ਨਹੀਂ ਕਿ ਅਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਜੀਣਾ ਹੈ ਜਾਂ ਕਿਸ ਤਰੀਕੇ ਦੇ ਨਾਲ ਇਸ ਦੀ ਵਰਤੋਂ ਕਰਨੀ ਹੈ। ਮਹਾਰਾਜ ਆਪਾਂ ਨੂੰ ਗੁਰਬਾਣੀ ਦੇ ਵਿੱਚ ਇਹ ਦੱਸਦੇ ਆ। ਮਹਾਰਾਜ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰੂ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਅਤੇ ਉਹ ਫਿਰ ਸਤਿਗੁਰ ਦੀ ਸ਼ਰਨ ਦੇ ਵਿੱਚ ਆਏ ਤੋਂ ਬਗੈਰ ਉਹਦੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਜਿੰਨੀਆਂ ਮਰਜ਼ੀ ਜੂਨਾਂ ਵਿੱਚੋਂ ਭਟਕਦਾ ਫਿਰੇ, ਜਿੰਨੇ ਮਰਜ਼ੀ ਉਹ ਜਨਮ ਧਾਰਨ ਕਰਦਾ ਫਿਰੇ, 84 ਲੱਖ ਜੂਨਾਂ ਦੇ ਵਿੱਚ ਉਹ ਫਿਰਦਾ ਰਹੇ, ਲੇਕਿਨ ਉਸ ਦੀ ਮੁਕਤੀ ਉਦੋਂ ਹੋਣੀ ਹੈ ਜਦੋਂ ਉਹ ਮਨੁੱਖਾ ਸਰੀਰ ਦੇ ਵਿੱਚ ਆ ਕੇ ਉਸ ਪਰਮਾਤਮਾ ਦੀ ਭਗਤੀ ਕਰੇਗਾ, ਉਸ ਗੁਰੂ ਦੇ ਸਨਮੁਖ ਹੋਏਗਾ। ਫਿਰ ਗੁਰਮੁਖ ਪਿਆਰੇ ਉਸ ਦੀ ਜਿਹੜੀ ਹੈ ਇਹ ਜਨਮ ਮਰਨ ਦਾ ਚੱਕਰ ਜਿਹੜਾ ਉਸਦਾ ਖਤਮ ਹੋਏਗਾ। ਮਹਾਰਾਜ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰੂ ਮੁਕਤ ਨਾ ਪਾਏ। ਪਾਏ ਮੁਕਤ ਨਾ ਹੋਰ ਤਾਂ ਕਿੱਥੇ, ਪਿੱਛੋਂ ਵਿਵੇਕੀਆਂ ਜਾਏ। ਮਹਾਰਾਜ ਕਹਿੰਦੇ ਜਿਹੜੇ ਵਿਵੇਕੀਆਂ ਤੋਂ ਭਾਵ ਜਿਹੜੇ ਚੰਗੀ ਮੱਤ ਰੱਖਦੇ ਨੇ, ਚੰਗੀ ਬੁੱਧ ਰੱਖਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਜਾ ਕੇ ਪੁੱਛ ਲਓ, ਪਰ ਜਿੰਨੀਆਂ ਮਰਜ਼ੀ ਜੂਨਾਂ ਦੇ ਵਿੱਚੋਂ ਭਰਮ ਕੇ ਆ ਜਾਓ, ਫਿਰ ਕੇ ਆ ਜਾਓ, ਸਤਿਗੁਰ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ। ਅਤੇ ਗੁਰਮੁਖ ਪਿਆਰਿਓ, ਆਪਾਂ ਵੀ ਜੇ ਮੁਕਤ ਹੋਣਾ ਚਾਹੁੰਦੇ ਹਾਂ ਫਿਰ ਸਤਿਗੁਰ ਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਇਹ ਸਰੀਰ ਸਾਨੂੰ ਇਸੇ ਕਰਕੇ ਹੀ ਮਿਲਿਆ ਹੈ ਕਿ ਅਸੀਂ ਉਸ ਮਾਲਕ ਦੀ ਭਗਤੀ ਕਰ ਸਕੀਏ, ਉਸ ਮਾਲਕ ਦੇ ਨਾਲ ਅਸੀਂ ਇੱਕਮਿਕ ਹੋ ਸਕੀਏ ਜਿਸ ਮਾਲਕ ਨੇ ਸਾਨੂੰ ਇਹ ਮਨੁੱਖਾ ਦੇ ਕੇ ਸਰੀਰ ਇਸ ਸੰਸਾਰ ਦੇ ਵਿੱਚ ਭੇਜਿਆ ਹੈ। ਕਿਉਂਕਿ ਇਹ ਮਹਾਰਾਜ ਕਹਿੰਦੇ ਕਿ ਤੁਹਾਨੂੰ ਬੜੇ ਯੁੱਗ ਹੋ ਗਏ ਨੇ ਇਸ ਜੂਨਾਂ ਦੇ ਵਿੱਚ ਭਟਕਦਿਆਂ ਨੂੰ। ਅਤੇ ਗੁਰਮੁਖ ਪਿਆਰਿਓ, ਜੇ ਆਪਾਂ ਹੁਣ ਜੂਨਾਂ ਦੇ ਵਿੱਚੋਂ ਬਚਣਾ ਚਾਹੁੰਦੇ ਹਾਂ, ਜੇ ਆਪਾਂ ਇਹਨਾਂ ਆਉਣ ਜਾਣ ਦੇ ਚੱਕਰ ਤੋਂ ਆਪਾਂ ਮੁਕਤ ਹੋਣਾ ਚਾਹੁੰਦੇ ਹਾਂ, ਤਾਂ ਫਿਰ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਭਗਤੀ ਕਰੋ, ਉਸ ਪਰਮਾਤਮਾ ਦੀ ਬੰਦਗੀ ਕਰੋ, ਤਾਂ ਜੋ ਤੁਹਾਨੂੰ ਇਸ ਸੰਸਾਰ 'ਤੇ ਤੁਹਾਡਾ ਆਇਆ ਸਫਲ ਹੋ ਜੇ। ਅਤੇ ਗੁਰਮੁਖ ਪਿਆਰਿਓ, ਜੇ ਆਪਾਂ ਉਸ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਅਤੇ ਫਿਰ ਗੁਰਮੁਖ ਪਿਆਰਿਓ ਸਾਡਾ ਆਇਆ ਸੰਸਾਰ 'ਤੇ ਵਿਅਰਥ ਹੈ। ਫਿਰ ਭਾਵ ਕਿ ਆਪਾਂ ਨੂੰ ਇਹ ਸਰੀਰ ਤਾਂ ਮਿਲਿਆ ਹੈ ਲੇਕਿਨ ਅਸੀਂ ਇਸ ਦਾ ਫਾਇਦਾ ਨਹੀਂ ਉਠਾ ਸਕੇ। ਜਿਸ ਕਰਮ ਵਾਸਤੇ ਸਾਨੂੰ ਇਹ ਸਰੀਰ ਮਿਲਿਆ ਸੀ, ਜਿਸ ਕੰਮ ਵਾਸਤੇ ਸਾਨੂੰ ਇਹ ਸਰੀਰ ਮਿਲਿਆ ਸੀ, ਅਸੀਂ ਉਹ ਕੰਮ ਹੀ ਨਹੀਂ ਕੀਤਾ, ਅਤੇ ਸਰੀਰ ਦਾ ਫਿਰ ਫਾਇਦਾ ਕੀ ਹੋਇਆ ਸਾਨੂੰ। ਅਤੇ ਗੁਰਮੁਖ ਪਿਆਰਿਓ, ਇਹ ਸਰੀਰ ਸਾਡਾ ਜਿਹੜਾ ਹੈ ਨਾ, ਇਹ ਮਤਲਬ ਅਸੀਂ ਸਰੀਰ ਨਹੀਂ ਹਾਂ। ਸਰੀਰ ਦੇ ਵਿੱਚ ਜੋ ਰਹਿ ਰਿਹਾ ਹੈ, ਜਿਸ ਨੂੰ ਮਨ ਕਿਹਾ ਹੈ ਗੁਰਬਾਣੀ ਨੇ, ਅਸੀਂ ਉਹ ਹਾਂ। ਅਤੇ ਗੁਰਮੁਖ ਪਿਆਰੇ, ਜੇ ਉਹ ਮਨ ਸਾਡਾ ਬਾਰ-ਬਾਰ ਜੂਨਾਂ ਦੇ ਵਿੱਚ ਫਿਰਦਾ ਹੈ, ਕਦੇ ਉਸ ਨੂੰ ਕਿਸ ਜੂਨ ਦੇ ਵਿੱਚ ਕੋਈ ਸਰੀਰ ਮਿਲ ਜਾਂਦਾ ਹੈ, ਕਿਤੇ ਕੋਈ ਸਰੀਰ ਮਿਲ ਜਾਂਦਾ ਹੈ। ਭਾਵ ਜਿਵੇਂ ਆਪਾਂ 84 ਲੱਖ ਜੂਨਾਂ ਦੇਖਦੇ ਹਾਂ, ਉਹਦੇ ਵਿੱਚ ਆਪਾਂ ਨੂੰ ਕਈ ਸਰੀਰ ਮਿਲਦੇ ਨੇ, ਅਤੇ ਲੇਕਿਨ ਮਹਾਰਾਜ ਕਹਿੰਦੇ ਆ ਕਿ ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਹੈ ਸਾਡੇ ਮਨ ਨੂੰ, ਅਤੇ ਮਹਾਰਾਜ ਕਹਿੰਦੇ ਇਸ ਸਰੀਰ ਦੇ ਵਿੱਚ ਰਹਿ ਕੇ ਤੂੰ ਉਸ ਮਾਲਕ ਤੱਕ ਮਿਲ ਸਕਦਾ ਹੈ। ਜੇ ਇਸ ਸਰੀਰ ਦੇ ਵਿੱਚ ਤੂੰ ਰਹਿ ਕੇ ਉਸ ਮਾਲਕ ਨੂੰ ਨਹੀਂ ਮਿਲਿਆ ਤਾਂ ਫਿਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਤੈਨੂੰ ਇਸ ਸਰੀਰ ਲੈਣ ਦਾ।
ਕਿਉਂਕਿ ਅਸੀਂ ਬਾਰ-ਬਾਰ ਬਹੁਤ ਮਿੰਨਤਾਂ ਤਰਲੇ ਕਰਕੇ ਇਹ ਮਨੁੱਖਾ ਦੇਹ ਪ੍ਰਾਪਤ ਕੀਤੀ ਹੈ। ਤੇ ਮਹਾਰਾਜ ਕਹਿੰਦੇ ਜੇ ਮਨੁੱਖਾ ਦੇਹ ਪ੍ਰਾਪਤ ਕਰਕੇ ਵੀ ਤੂੰ ਨਾਮ ਨਹੀਂ ਜਪਿਆ ਤੇ ਫਿਰ ਕੀ ਫਾਇਦਾ ਹੋਇਆ ਤੇਰਾ ਇਹ ਇੰਨੇ ਤਰਲੇ ਮਿੰਨਤਾਂ ਕਰਨ ਦਾ, ਵੀ ਜੇ ਤੂੰ ਫਿਰ ਵੀ ਨਾਮ ਨਹੀਂ ਜਪਿਆ। ਤੇ ਮਹਾਰਾਜ ਆਪਾਂ ਨੂੰ ਦੱਸਦੇ ਨੇ ਗੁਰਬਾਣੀ ਵਿੱਚ ਕਿ ਕਿੰਨੇ ਯੁੱਗ ਹੋ ਗਏ ਨੇ ਤੈਨੂੰ ਇਸ ਜੂਨਾਂ ਦੇ ਵਿੱਚ ਭਟਕਦਿਆਂ ਨੂੰ। ਮਹਾਰਾਜ ਆਪਾਂ ਨੂੰ ਦੱਸਦੇ ਕਿ ਇਹ ਜੂਨਾਂ ਉਹਨਾਂ ਚਿਰ ਤੈਨੂੰ ਭੋਗਣੀਆਂ ਪੈਣਗੀਆਂ ਜਿੰਨਾ ਚਿਰ ਤੂੰ ਮਾਲਕ ਦੇ ਨਾਲ ਇੱਕਮਿਕ ਨਹੀਂ ਹੋ ਸਕਦਾ, ਯਾਨੀ ਕਿ ਮਾਲਕ ਦੇ ਨਾਲ ਮਿਲਾਪ ਨਹੀਂ ਕਰ ਲੈਂਦਾ। ਤੇ ਮਹਾਰਾਜ ਆਪਾਂ ਨੂੰ ਫਿਰ ਗੁਰਬਾਣੀ ਦੇ ਵਿੱਚ ਦੱਸਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ। ਮਹਾਰਾਜ ਕਹਿੰਦੇ ਬੜੇ ਯੁੱਗ ਹੋ ਗਏ ਨੇ ਤੁਹਾਨੂੰ ਫਿਰਦਿਆਂ ਨੂੰ ਇਸ ਮਨੁੱਖਾ ਦੇਹ ਦੇ ਲਈ, ਤੇ ਹੁਣ ਜੇ ਮਿਲ ਗਿਆ ਤੇ ਫਿਰ ਮਹਾਰਾਜ ਕਹਿੰਦੇ ਕੀ ਕਰਨਾ ਤੁਸੀਂ। ਮਹਾਰਾਜ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ, ਕਹੇ ਨਾਨਕ ਮਿਲਨ ਕੀ ਵਰੀਆ ਅਬ ਸਿਮਰਤ ਕਾਹੇ ਨਹੀਂ। ਮਹਾਰਾਜ ਕਹਿੰਦੇ ਹੁਣ ਤੁਹਾਨੂੰ ਮਨੁੱਖਾ ਦੇਹ ਮਿਲਿਆ ਹੈ, ਮਨੁੱਖਾ ਸਰੀਰ ਮਿਲਿਆ ਹੈ, ਇਹ ਤੁਹਾਡੀ ਮਿਲਣ ਦੀ ਬਾਰੀ ਹੈ। ਯਾਨੀ ਕਿ ਉਸ ਮਾਲਕ ਨੂੰ ਮਿਲਣ ਦੀ ਸਾਨੂੰ ਇੱਕ ਬਾਰੀ ਮਿਲੀ ਹੈ, ਇੱਕ ਮੌਕਾ ਦਿੱਤਾ ਹੈ ਮਾਲਕ ਨੇ ਕਿ ਤੁਸੀਂ ਇਸ ਸਰੀਰ ਦੇ ਵਿੱਚ ਰਹਿ ਕੇ ਉਸ ਮਾਲਕ ਤੱਕ ਮਿਲਣਾ, ਮਾਲਕ ਤੱਕ ਪਹੁੰਚਣਾ ਹੈ। ਤੇ ਗੁਰਮੁਖ ਪਿਆਰੋ, ਤੇ ਮਹਾਰਾਜ ਨੇ ਆਪਾਂ ਨੂੰ ਕਹਿ ਦਿੱਤਾ ਵੀ ਹੁਣ ਜੇ ਤੁਹਾਨੂੰ ਸਰੀਰ ਮਿਲਿਆ ਤੇ ਹੁਣ ਤੁਸੀਂ ਸਿਮਰਨ ਕਿਉਂ ਨਹੀਂ ਕਰਦੇ। ਤੇ ਗੁਰਮੁਖ ਪਿਆਰੋ, ਅਸੀਂ ਸਿਮਰਨ ਹੁਣ ਕਰਦੇ ਨਹੀਂ। ਇਸ ਸਰੀਰ ਦੇ ਵਿੱਚ ਰਹਿ ਕੇ ਅਸੀਂ ਉਸ ਮਾਲਕ ਦਾ ਸਿਮਰਨ ਨਹੀਂ ਕਰਦੇ ਜਿਸ ਵਾਸਤੇ ਅਸੀਂ ਤਰਲੇ ਮਿੰਨਤਾਂ ਕਰਦੇ ਰਹੇ ਸੀ ਕਿ ਮਹਾਰਾਜ ਸਾਨੂੰ ਮਨੁੱਖਾ ਸਰੀਰ ਮਿਲੇ, ਸਾਨੂੰ ਮਨੁੱਖਾ ਦੇਹ ਮਿਲੇ, ਅਸੀਂ ਤੇਰੀ ਭਜਨ ਬੰਦਗੀ ਕਰਾਂਗੇ ਔਰ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ। ਤੇ ਗੁਰਮੁਖ ਪਿਆਰਿਓ, ਆਪਣੇ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਦੇਖੀ ਅਸੀਂ ਕਿ ਅਸੀਂ ਕਦੇ ਇਹ ਸੋਚਿਆ ਮਨ ਦੇ ਵਿੱਚ ਕਿ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਹਾਂ। ਸਾਡੇ ਦੇ ਕੰਮ ਕਾਰ ਨਹੀਂ ਮੁੱਕਦੇ, ਅਸੀਂ ਕੰਮ ਧੰਦਿਆਂ ਦੇ ਵਿੱਚ ਇੰਨੇ ਫਸ ਗਏ ਹਾਂ ਕਿ ਸਾਨੂੰ ਮਾਲਕ ਦਿਨੋਂ ਦਿਨ ਭੁੱਲਦਾ ਜਾ ਰਿਹਾ। ਮਾਲਕ ਸਾਡੇ ਚੇਤੇ ਦੇ ਵਿੱਚ ਨਹੀਂ ਹੈ। ਤੇ ਜੇ ਮਹਾਰਾਜ ਨੇ ਆਪਾਂ ਨੂੰ ਇਹ ਸਰੀਰ ਇਸੇ ਕਰਕੇ ਦਿੱਤਾ ਸੀ ਕਿ ਤੁਸੀਂ ਇਸ ਸਰੀਰ ਦੇ ਵਿੱਚ ਰਹਿ ਕੇ ਮਾਲਕ ਤੱਕ ਪਹੁੰਚਣਾ ਹੈ, ਉਸ ਪਰਮਾਤਮਾ ਤੱਕ ਪਹੁੰਚਣਾ ਜਿਸ ਨੇ ਸਾਨੂੰ ਇਹ ਸਾਹ ਦੇ ਕੇ ਇਸ ਸੰਸਾਰ ਦੇ ਉੱਪਰ ਭੇਜਿਆ ਹੈ। ਤੇ ਗੁਰਮੁਖ ਪਿਆਰੋ, ਜੇ ਆਪਾਂ ਵੀ ਹੁਣ ਐਂਡੇ ਅਕਿਰਤ ਘਣ ਬਣ ਗਏ ਹਾਂ ਕਿ ਸਾਨੂੰ ਮਾਲਕ ਚੇਤੇ ਨਹੀਂ ਹੈ। ਮਾਲਕ ਨੇ ਸਾਡੇ 'ਤੇ ਜੋ ਪਰਉਪਕਾਰ ਕੀਤਾ ਹੈ, ਜੋ ਸਾਡੇ 'ਤੇ ਦਇਆ ਕੀਤੀ ਹੈ, ਤੇ ਗੁਰਮੁਖ ਪਿਆਰੋ ਅਸੀਂ ਉਸ ਪਰਉਪਕਾਰ ਨੂੰ ਅਸੀਂ ਯਾਦ ਨਹੀਂ ਰੱਖਦੇ। ਲੇਕਿਨ ਇਹ ਸਾਨੂੰ ਯਾਦ ਆਏਗਾ। ਕਦੋਂ ਆਏਗਾ? ਜਦੋਂ ਇਸ ਸਰੀਰ ਦੇ ਵਿੱਚੋਂ ਸਵਾਸਾਂ ਰੂਪੀ ਇਹ ਲੜੀ ਟੁੱਟ ਗਈ। ਜੋ ਹੁਣ ਸਵਾਸਾਂ ਰੂਪੀ ਲੜੀ ਚੱਲ ਰਹੀ ਹੈ ਤੇ ਗੁਰਮੁਖੋ ਅਸੀਂ ਤੁਰੇ ਫਿਰਦੇ ਹਾਂ। ਤੇ ਜਿਸ ਦਿਨ ਇਹ ਸਵਾਸ ਖਤਮ ਹੋ ਗਏ ਤੇ ਗੁਰਮੁਖ ਪਿਆਰੇ, ਉਸ ਦਿਨ ਫਿਰ ਸਾਨੂੰ ਪਛਤਾਵਾ ਹੋਣਾ ਕਿ ਸਾਨੂੰ ਇੰਨੇ ਸਾਲ ਹੋ ਗਏ, ਇੰਨੇ ਸਾਲ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ ਸੀ, ਅਸੀਂ ਮਾਲਕ ਤੱਕ ਪਹੁੰਚ ਨਹੀਂ ਕਰਤੀ। ਤੇ ਗੁਰਮੁਖ ਪਿਆਰੋ, ਫਿਰ ਪਛਤਾਏ ਤੋਂ ਕੀ ਫਾਇਦਾ ਹੋਣਾ ਹੈ। ਮਹਾਰਾਜ ਕਹਿੰਦੇ ਫਿਰ ਪਾਛੇ ਪਛਤਾਏਂਗੇ ਜਬ ਪ੍ਰਾਣ ਜਾਏਂਗੇ ਛੂਟ। ਵੀ ਜਦੋਂ ਫਿਰ ਉਦੋਂ ਪਛਤਾਉਣ ਦਾ ਕੀ ਫਾਇਦਾ ਜਦੋਂ ਪ੍ਰਾਣ ਹੀ ਸਾਰੇ ਛੁੱਟ ਗਏ। ਤੇ ਗੁਰਮੁਖ ਪਿਆਰੋ, ਹੁਣ ਸਮਝਣ ਦੀ ਗੱਲ ਹੈ। ਜੇ ਆਪਾਂ ਹੁਣ ਸਮਝ ਗਏ ਨਾ ਤੇ ਫਿਰ ਆਪਾਂ ਦਾ ਪਾਰ ਉਤਾਰਾ ਹੋ ਸਕਦਾ ਹੈ। ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਕਿਉਂਕਿ ਸਾਨੂੰ ਇਹ ਬਾਰੀ ਮਿਲੀ ਹੈ। ਇਹ ਸਾਨੂੰ ਇੱਕ ਮੌਕਾ ਮਿਲਿਆ ਹੈ ਮਾਲਕ ਵੱਲੋਂ ਕਿ ਅਸੀਂ ਉਸ ਮਾਲਕ ਨੂੰ ਮਿਲਣਾ ਹੈ। ਤੇ ਅਸੀਂ ਜੇ ਮਾਲਕ ਨੂੰ ਮਿਲਣ ਦੇ ਵਿੱਚ ਅਸੀਂ ਇੰਨੀ ਢਿੱਲ ਵਰਤਦੇ ਹਾਂ ਗੁਰਮੁਖ ਪਿਆਰੋ ਅਸੀਂ, ਤੇ ਫਿਰ ਗੁਰਮੁਖ ਪਿਆਰੋ ਮਹਾਰਾਜ ਵੀ ਸਾਡੇ 'ਤੇ ਬਾਰ-ਬਾਰ ਸਾਨੂੰ ਫਿਰ ਜੂਨਾਂ ਦੇ ਵਿੱਚ ਉਹ ਭੇਜੀ ਜਾਏਗਾ। ਲੇਕਿਨ ਓਨਾ ਜੇਕਰ ਸਾਨੂੰ ਜੂਨਾਂ ਦੇ ਵਿੱਚ ਜਾਣਾ ਪਏਗਾ ਜਿੰਨਾ ਜੇਕਰ ਅਸੀਂ ਮਨੁੱਖਾ ਸਰੀਰ ਦੇ ਵਿੱਚ ਆ ਕੇ ਉਸ ਮਾਲਕ ਨੂੰ ਨਹੀਂ ਮਿਲ ਸਕਦੇ। ਗੁਰਮੁਖ ਪਿਆਰੋ, 84 ਲੱਖ ਜੂਨਾਂ ਦੇ ਵਿੱਚ ਅਸੀਂ ਫਿਰਦੇ ਰਹਾਂਗੇ ਲੇਕਿਨ ਅਸੀਂ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦੇ। ਮਾਲਕ ਦੀ ਪ੍ਰਾਪਤੀ ਕਰਨ ਵਾਸਤੇ ਸਾਨੂੰ ਇੱਕੋ ਸਰੀਰ ਦੀ ਲੋੜ ਪੈਣੀ ਹੈ, ਉਹ ਹੈ ਮਨੁੱਖਾ ਸਰੀਰ। ਯਾਨੀ ਕਿ ਇਹ ਮਨੁੱਖਾ ਦੇਹੀ ਜੋ ਸਾਨੂੰ ਹੁਣ ਮਿਲੀ ਹੈ, ਕਿਉਂਕਿ ਇਹਦੇ ਵਿੱਚ ਹੀ ਇੰਨਾ ਗਿਆਨ ਹੈ ਕਿ ਇਹ ਮਿਲ ਸਕਦਾ ਹੈ ਮਾਲਕ ਨੂੰ। ਹੋਰ ਕਿਸੇ ਵੀ ਜੂਨ ਦੇ ਵਿੱਚ ਕੋਈ ਵੀ ਜੀਵ ਉਸ ਮਾਲਕ ਨੂੰ ਮਿਲ ਨਹੀਂ ਸਕਦਾ, ਕਿਉਂਕਿ ਕਿਸੇ ਜੀਵ ਦੇ ਵਿੱਚ ਇੰਨੀ ਸੋਝੀ ਨਹੀਂ ਹੈ ਉਹ ਸੰਗਤ ਕਰ ਸਕੇ ਜਾਂ
ਗੁਰੂ ਘਰ ਜਾ ਸਕੇ, ਮੰਦਰ ਮਸਜਿਦ ਦੇ ਵਿੱਚ ਜਾ ਸਕੇ। ਅਤੇ ਗੁਰਮੁਖ ਪਿਆਰਿਓ, ਅਸੀਂ ਦੇਖ ਲਈਏ ਜੇ ਦ੍ਰਿਸ਼ਟਮਾਨ ਦੇ ਵਿੱਚ ਵੀ ਦੇਖੀਏ ਤੇ ਕਿਸੇ ਜਾਨਵਰ ਨੂੰ, ਕਿਸੇ ਪੰਛੀ ਨੂੰ ਕਿਤੇ ਗੁਰੂ ਘਰ ਜਾਣ ਦੀ ਆਗਿਆ ਹੈ। ਇੱਕ ਕੇਵਲ ਮਨੁੱਖ ਨੂੰ ਹੀ ਆਗਿਆ ਹੈ ਕਿ ਉਹ ਗੁਰੂ ਘਰ ਜਾ ਸਕਦਾ ਹੈ, ਸੇਵਾ ਕਰ ਸਕਦਾ, ਸੰਗਤ ਕਰ ਸਕਦਾ ਹੈ। ਅਤੇ ਜੇ ਸਰੀਰ ਸਾਡੇ ਕੋਲ ਛੁੱਟ ਗਿਆ, ਜੇ ਸਵਾਸਾਂ ਰੂਪੀ ਧਨ ਸਾਡਾ ਖਤਮ ਹੋ ਗਿਆ, ਤੇ ਸਾਨੂੰ ਵੀ ਫਿਰ ਇਹਨਾਂ ਜੂਨਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਕੋਈ ਨਾ ਕੋਈ ਜੂਨ ਮਿਲ ਜੇਗੀ। ਤੇ ਗੁਰਮੁਖ ਪਿਆਰੇ, ਜੇ ਸਾਨੂੰ ਕੋਈ ਵੀ ਜੂਨ ਮਿਲ ਗਈ ਤੇ ਫਿਰ ਆਪਾਂ ਕਿਵੇਂ ਸੰਗਤ ਦੇ ਵਿੱਚ ਜਾ ਸਕਦੇ ਹਾਂ, ਕਿਵੇਂ ਆਪਾਂ ਸੇਵਾ ਕਰ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ। ਫਿਰ ਸਾਨੂੰ ਤੇ ਬੋਲਣ ਦਾ ਵੀ ਪਤਾ ਨਹੀਂ ਕਿਹੜੀ ਬੋਲੀ ਦੇ ਵਿੱਚ ਸਾਨੂੰ ਮਹਾਰਾਜ ਫਿਰ ਬੋਲੀ ਐਸੀ ਦੇ ਦੇਗਾ ਜੋ ਅਸੀਂ ਉਸ ਬੋਲੀ ਦੇ ਵਿੱਚ ਮਾਲਕ ਨੂੰ ਕਿਵੇਂ ਯਾਦ ਕਰ ਸਕਦੇ ਹਾਂ। ਗੁਰਮੁਖ ਪਿਆਰੇ, ਹੁਣ ਸਮਝਣ ਦੀ ਗੱਲ ਹੈ ਕਿ ਜੇ ਆਪਾਂ ਹੁਣ ਸਮਝ ਜਾਈਏ, ਹੁਣ ਆਪਾਂ ਇਸ ਸਰੀਰ ਦੇ ਵਿੱਚ ਰਹਿ ਕੇ ਉਸ ਮਾਲਕ ਦੀ ਪ੍ਰਾਪਤੀ ਕਰ ਲਈਏ, ਤੇ ਗੁਰਮੁਖ ਪਿਆਰੇ ਫਿਰ ਸਾਡਾ ਆਇਆ ਸਫਲ ਹੈ। ਨਹੀਂ ਤੇ ਅਸੀਂ ਇਹ ਜਨਮ ਵਿਅਰਥ ਹੀ ਗਵਾ ਲੈਣਾ ਹੈ, ਕਿਉਂਕਿ ਸਾਨੂੰ ਪਤਾ ਨਹੀਂ ਇਸ ਜਨਮ ਦਾ। ਤੇ ਮਹਾਰਾਜ ਕਹਿੰਦੇ, ਜੇ ਤੂੰ ਇਹ ਜਨਮ ਦੇ ਵਿੱਚ ਉਸ ਮਾਲਕ ਨੂੰ ਨਹੀਂ ਮਿਲਦਾ, ਫਿਰ ਤੈਨੂੰ ਇਸ ਦੀ ਸਜ਼ਾ ਵੀ ਮਿਲੇਗੀ। ਉਹ ਸਜ਼ਾ ਤੁਹਾਨੂੰ ਮਿਲੇਗੀ ਗੁਰਮੁਖੋ। ਫਿਰ ਮਹਾਰਾਜ ਨੇ ਸਾਡਾ ਫਿਰ ਪੂਰਾ ਹਿਸਾਬ ਕਿਤਾਬ ਕਰਨਾ ਹੈ ਕਿ ਤੈਨੂੰ ਜੋ ਸਵਾਸਾਂ ਰੂਪੀ ਧਨ ਦਿੱਤਾ ਸੀ, ਉਹ ਕਿੱਥੇ ਕਿੱਥੇ ਖਰਚ ਗਿਆ ਹੈ। ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਆ, ਕੂੜ ਨਖੁੱਟੇ ਨਾਨਕਾ, ਓੜਕ ਸੱਚ ਸਹੀ, ਲੇਖਾ ਰੱਬ ਮੰਗੇ ਸੀਆ, ਬੈਠਾ ਕੱਢ ਬਹੀ। ਮਹਾਰਾਜ ਨੇ ਫਿਰ ਅੱਗੇ ਸਾਡੀ ਬਹੀ ਕੱਢ ਕੇ, ਬਹੀ ਖਾਤਾ ਕੱਢ ਕੇ ਸਾਡਾ ਰੱਖ ਲੈਣਾ ਵੀ ਦੱਸ, ਜਿਹੜੇ ਤੈਨੂੰ ਸਵਾਸ ਦੇ ਕੇ ਭੇਜਿਆ ਸੀ ਉਹ ਕਿੱਥੇ ਕਿੱਥੇ ਖਰਚ ਕਰਕੇ ਆਇਆ। ਤੇ ਗੁਰਮੁਖ ਪਿਆਰੇ, ਸਾਨੂੰ ਇਸ ਚੀਜ਼ ਦਾ ਤਾਂ ਗਿਆਨ ਹੀ ਨਹੀਂ ਹੈ ਵੀ ਸਾਡੇ ਕੋਲ ਸਵਾਸਾਂ ਦਾ ਹਿਸਾਬ ਵੀ ਲਿਆ ਜਾਏਗਾ। ਤੇ ਇਹ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ ਕਿ ਤੁਹਾਨੂੰ ਜੋ ਸਵਾਸ ਮਿਲੇ ਨੇ, ਜੋ ਤੁਸੀਂ ਸਾਰਾ ਦਿਨ 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦੇ ਹੋ ਨਾ, ਇਹਨਾਂ ਦਾ ਹਿਸਾਬ ਕਿਤਾਬ ਵੀ ਤੁਹਾਨੂੰ ਦੇਣਾ ਪੈਣਾ ਹੈ। ਤੇ ਗੁਰਮੁਖ ਪਿਆਰਿਓ, ਅਸੀਂ ਥੋੜ੍ਹਾ ਜਿਹਾ ਸੋਚੀਏ ਔਰ ਉਸ ਮਾਲਕ ਦੇ ਹੁਕਮ ਦੇ ਵਿੱਚ ਆਈਏ, ਤਾਂ ਜੋ ਅਸੀਂ ਵੀ ਇਸ ਮਨੁੱਖਾ ਸਰੀਰ ਦਾ ਲਾਹਾ ਉਠਾ ਸਕੀਏ, ਇਸ ਮਨੁੱਖਾ ਸਰੀਰ ਦਾ ਫਾਇਦਾ ਲੈ ਸਕੀਏ, ਕਿਉਂਕਿ ਇਹ ਵਾਰ-ਵਾਰ ਨਹੀਂ ਮਿਲਣਾ। ਤੇ ਗੁਰਮੁਖ ਪਿਆਰਿਓ, ਇਸੇ ਮਨੁੱਖਾ ਸਰੀਰ ਨੂੰ ਤੇ ਦੇਵੀ ਦੇਵਤੇ ਵੀ ਤਰਸਦੇ ਨੇ ਕਿ ਕਿਤੇ ਸਾਨੂੰ ਇਹ ਮਨੁੱਖਾ ਸਰੀਰ ਮਿਲੇ, ਅਸੀਂ ਇਸ ਮਨੁੱਖਾ ਸਰੀਰ ਦੇ ਵਿੱਚ ਰਹਿ ਕੇ ਉਸ ਮਾਲਕ ਦੀ ਭਗਤੀ ਕਰ ਸਕੀਏ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮਹਾਰਾਜ ਕਹਿੰਦੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਭਜ ਦੇਹੀ ਇਹ ਹਰ ਕੀ ਸੇਵ। ਮਹਾਰਾਜ ਕਹਿੰਦੇ, ਦੇਵੀ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਆ, ਭਾਵ ਕਿ ਇਸ ਦੇਹੀ ਨੂੰ ਚਾਹੁੰਦੇ ਆ ਕਿ ਸਾਨੂੰ ਇਹ ਦੇਹੀ ਮਿਲੇ ਤੇ ਅਸੀਂ ਉਸ ਪਰਮਾਤਮਾ ਦੀ ਸੇਵਾ ਕਰੀਏ। ਮਹਾਰਾਜ ਕਹਿੰਦੇ, ਹੁਣ ਤੁਹਾਨੂੰ ਮਿਲੀ ਹੈ ਤੇ ਤੁਸੀਂ ਸੇਵਾ ਨਹੀਂ ਕਰਦੇ। ਮਹਾਰਾਜ ਕਹਿੰਦੇ, ਭਜ ਦੇਹੀ ਇਹ ਹਰ ਕੀ ਸੇਵ। ਮਹਾਰਾਜ ਕਹਿੰਦੇ ਆ ਕਿ ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਮਹਾਰਾਜ ਕਹਿੰਦੇ, ਹੁਣ ਜਿਹੜੀ ਤੁਹਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਤੇ ਕਿਤੇ ਭੁੱਲ ਨਾ ਜਾਇਓ ਉਸ ਮਾਲਕ ਨੂੰ। ਇਸ ਸਰੀਰ ਦੇ ਵਿੱਚ ਰਹਿ ਕੇ ਉਸ ਮਾਲਕ ਨੂੰ ਭੁੱਲ ਨਾ ਜਾਇਓ। ਤੁਹਾਡਾ ਹੁਣ ਇਸ ਸਰੀਰ ਦੇ ਵਿੱਚ ਆਉਣ ਦਾ ਫਾਇਦਾ ਇਹੋ ਹੀ ਹੈ, ਲਾਹਾ ਇਹੋ ਹੀ ਹੈ ਕਿ ਤੁਸੀਂ ਉਸ ਮਾਲਕ ਦਾ ਨਾਮ ਜਪੋ। ਤੇ ਗੁਰਮੁਖ ਪਿਆਰਿਓ, ਜੇ ਆਪਾਂ ਵੀ ਇਸ ਸਰੀਰ ਦਾ ਲਾਹਾ ਲੈਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਵੀ ਇਸ ਸਰੀਰ ਦੇ ਵਿੱਚ ਰਹਿ ਕੇ ਉਸ ਮਾਲਕ ਦੀ ਭਗਤੀ ਕਰਨੀ ਪੈਣੀ ਹੈ। ਉਸ ਮਾਲਕ ਦੀ ਭਗਤੀ ਕਰੀਏ ਆਪਾਂ, ਤਾਂ ਜੋ ਸਾਡਾ ਇੱਥੇ ਆਇਆ ਹੋਇਆ ਸਫਲ ਹੋ ਸਕੇ। ਤੇ ਗੁਰਮੁਖ ਪਿਆਰੇ, ਜੇ ਸਾਡਾ ਆਇਆ ਹੋਇਆ ਇੱਥੇ ਸਫਲ ਹੋ ਗਿਆ, ਫਿਰ ਅਸੀਂ ਜੂਨਾਂ ਤੋਂ ਬਚ ਜਾਵਾਂਗੇ, ਜਾਣੀ ਕਿ ਜਨਮ ਮਰਨ ਦੇ ਚੱਕਰ ਤੋਂ ਅਸੀਂ ਬਚ ਜਾਵਾਂਗੇ। ਫਿਰ ਅਸੀਂ ਉਸ ਮਾਲਕ ਦੇ ਚਰਨਾਂ ਦੇ ਨਾਲ ਹਮੇਸ਼ਾ ਵਾਸਤੇ ਜੁੜੇ ਰਹਾਂਗੇ। ਫਿਰ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਨਹੀਂ ਆਵਾਂਗੇ। ਤੇ ਜੇ ਆਪਾਂ ਵਾਰ-ਵਾਰ ਜੂਨਾਂ ਦੇ ਵਿੱਚ ਆਉਣਾ ਹੈ ਤੇ ਫਿਰ ਗੁਰਮੁਖੋ, ਜਿੱਦਾਂ ਆਪਾਂ ਕਰਮ ਕਰ ਰਹੇ ਹਾਂ, ਫਿਰ ਇਸੇ ਕਰਮਾਂ ਦੇ ਹਿਸਾਬ ਨਾਲ ਤੇ ਸਾਨੂੰ 84 ਲੱਖ ਜੂਨਾਂ ਦੇ ਵਿੱਚੋਂ ਕੋਈ ਨਾ ਕੋਈ ਜੂਨ ਮਿਲਦੀ ਰਹਿਣੀ ਹੈ। ਔਰ ਮਹਾਰਾਜ ਦੱਸਦੇ ਨੇ ਕਿ 4 ਯੁੱਗ ਹੋ ਗਏ ਨੇ ਸਾਨੂੰ ਮਾਲਕ ਤੋਂ ਵਿਛੜਿਆ ਹੋਇਆਂ ਨੂੰ। ਉਸ ਮਾਲਕ ਦੇ ਨਾਲੋਂ ਵਿਛੜਿਆ ਹੋਇਆਂ ਨੂੰ ਇਹ ਚੌਥਾ ਯੁੱਗ ਚੱਲ ਰਿਹਾ ਗੁਰਮੁਖੋ। ਅਸੀਂ ਅੱਜ ਤੱਕ ਆਪਣੇ ਘਰ ਨਹੀਂ ਗਏ। ਜਿਸ ਮਾਲਕ ਨੇ ਸਾਨੂੰ
ਉਸ ਘਰ ਦੇ ਵਿੱਚੋਂ ਭੇਜਿਆ ਸੀ ਨਾ ਖੇਡ ਖੇਡਣ ਵਾਸਤੇ, ਅਸੀਂ 4 ਯੁੱਗ ਹੋ ਗਏ ਨੇ, ਸਾਨੂੰ ਆਪਣੇ ਘਰ ਦਾ ਰਸਤਾ ਨਹੀਂ ਯਾਦ ਆ ਰਿਹਾ, ਕਿਉਂਕਿ ਅਸੀਂ ਜੂਨਾਂ ਦੇ ਵਿੱਚ ਬਾਰ-ਬਾਰ ਪੈ ਰਹੇ ਹਾਂ। ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈ ਕਿ ਉਸ ਮਾਲਕ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਤੇ ਹੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਆ ਕਿ ਤੁਸੀਂ ਉਸ ਮਾਲਕ ਨੂੰ ਕਿਵੇਂ ਮਿਲਣਾ ਹੈ, ਕਿਵੇਂ ਉਸ ਮਾਲਕ ਦਾ ਸਿਮਰਨ ਕਰਨਾ ਹੈ, ਕਿਵੇਂ ਭਗਤੀ ਕਰਨੀ ਹੈ, ਕਿਵੇਂ ਉਸ ਮਾਲਕ ਨੂੰ ਮਿਲਣਾ ਹੈ। ਤੇ ਗੁਰਮੁਖ ਪਿਆਰਿਓ, ਫਿਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨ ਰਹੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਲੇਕਿਨ ਉਸ ਨੂੰ ਸਮਝਦੇ ਨਹੀਂ। ਉਸ ਨੂੰ ਆਪਾਂ ਸਮਝ ਕੇ ਜੇ ਉਸ ਦੇ ਉੱਪਰ ਚੱਲੀਏ ਤਾਂ ਗੁਰਮੁਖ ਪਿਆਰਿਓ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ, ਲੇਕਿਨ ਅਸੀਂ ਨਹੀਂ ਚੱਲਦੇ। ਸਾਨੂੰ ਇਸ ਚੱਲਣ ਦੇ ਵਿੱਚ ਬਹੁਤ ਮੁਸ਼ਕਿਲ ਹੈ, ਕਿਉਂਕਿ ਅਸੀਂ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਹਾਂ। ਅਸੀਂ ਗੁਰੂ ਦੀ ਮੱਤ ਲੈਂਦੇ ਨਹੀਂ, ਅਸੀਂ ਗੁਰੂ ਤੋਂ ਬੇਮੁਖ ਹੋ ਗਏ ਹਾਂ। ਤੇ ਗੁਰਮੁਖ ਪਿਆਰੇ, ਜੇ ਆਪਾਂ ਗੁਰੂ ਤੋਂ ਬੇਮੁਖ ਹਾਂ ਤੇ ਫਿਰ ਗੁਰਮੁਖ ਪਿਆਰਿਓ ਅਸੀਂ ਬਾਰ-ਬਾਰ ਜੂਨਾਂ ਦੇ ਵਿੱਚ ਆਉਂਦੇ ਰਹਾਂਗੇ, ਔਰ ਓਨਾ ਚਿਰ ਆਉਂਦੇ ਰਹਾਂਗੇ ਜਿੰਨਾ ਚਿਰ ਅਸੀਂ ਗੁਰੂ ਦੇ ਸਨਮੁਖ ਨਹੀਂ ਹੁੰਦੇ। ਭਾਵ ਅਸੀਂ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਉਂਦੇ, ਓਨਾ ਚਿਰ ਅਸੀਂ ਗੁਰਮੁਖ ਪਿਆਰਿਓ ਅਸੀਂ ਜੂਨਾਂ ਦੇ ਵਿੱਚ ਹੀ ਫਿਰਦੇ ਰਹਾਂਗੇ। ਤੇ ਇਸ ਕਰਕੇ ਗੁਰਮੁਖ ਪਿਆਰਿਓ ਸਾਰੇ ਗੁਰੂ ਵਾਲੇ ਬਣੀਏ ਔਰ ਗੁਰੂ ਦੀ ਮੱਤ ਲਈਏ, ਗੁਰੂ ਦੀ ਮੱਤ ਦੇ ਅਨੁਸਾਰ ਅਸੀਂ ਆਪਣਾ ਜੀਵਨ ਜੀਏ। ਤੇ ਗੁਰਮੁਖ ਪਿਆਰਿਓ, ਇਸ ਸੰਸਾਰ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ। ਜੋ ਸਾਨੂੰ ਦਿਖ ਰਿਹਾ ਹੈ ਨਾ, ਇਸ ਸਾਰਾ ਕੁਝ ਓਨਾ ਚਿਰ ਹੀ ਹੈ ਜਿੰਨਾ ਚਿਰ ਸਾਡੇ ਸਵਾਸ ਚੱਲ ਰਹੇ ਨੇ। ਜਿੰਨਾ ਚਿਰ ਇਹ ਸਰੀਰ ਦੇ ਵਿੱਚ ਸਾਹ ਚੱਲ ਰਹੇ ਨੇ, ਓਨਾ ਚਿਰ ਹੀ ਸਾਰਾ ਕੁਝ ਹੈ। ਤੇ ਜਿਸ ਦਿਨ ਸਵਾਸਾਂ ਰੂਪੀ ਧਨ ਖਤਮ ਹੋ ਗਿਆ, ਤੇ ਫਿਰ ਮਹਾਰਾਜ ਆਪਾਂ ਨੂੰ ਦੱਸਦੇ ਆ ਗੁਰਬਾਣੀ ਦੇ ਵਿੱਚ ਕਿ ਜਿਸ ਦਿਨ ਇਹ ਸਰੀਰ ਦੇ ਵਿੱਚੋਂ ਸਵਾਸ ਖਤਮ ਹੋ ਗਏ ਨਾ, ਉਸ ਦਿਨ ਫਿਰ ਜਿਹੜਾ ਸਾਰਿਆਂ ਤੋਂ ਸਾਡਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਨਾ, ਤੇ ਗੁਰਮੁਖ ਪਿਆਰਿਓ ਉਹ ਵੀ ਫਿਰ ਸਾਡੇ ਤੋਂ ਪਰੇ ਪਿੱਛੇ ਹਟਦਾ ਜਾਏਗਾ। ਸਾਰਿਆਂ ਤੋਂ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ। ਤੇ ਗੁਰਮੁਖ ਪਿਆਰਿਓ, ਜਿੱਦਣ ਮਹਾਰਾਜ ਕਹਿੰਦੇ ਇਹ ਸਰੀਰ ਦੇ ਵਿੱਚੋਂ ਸਵਾਸ ਖਤਮ ਹੋ ਗਏ ਨਾ, ਜੋ ਪਤਨੀ ਹੋਏਗੀ ਨਾ, ਉਹ ਵੀ ਇਸ ਸਰੀਰ ਦੇ ਨਾਲੋਂ ਸਰੀਰ ਤੋਂ ਡਰਨ ਲੱਗ ਜਾਏਗੀ। ਉਹ ਵੀ ਪ੍ਰੇਤ ਕਹੇਗੀ ਵੀ ਇਹ ਪ੍ਰੇਤ ਹੈ। ਤੇ ਗੁਰਮੁਖ ਪਿਆਰਿਓ, ਇਹੋ ਹੀ ਸਾਡੀ ਔਕਾਤ ਹੈ। ਇੰਨੀ ਕੀ ਸਾਡੀ ਔਕਾਤ ਹੈ ਕਿ ਜਿੰਨਾ ਚਿਰ ਅਸੀਂ ਇਸ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਹੈ, ਉਹਨਾਂ ਚਿਰ ਸਾਡੇ ਰਿਸ਼ਤੇਦਾਰ ਹੈ, ਸਾਡੇ ਭੈਣ ਭਰਾ ਹੈ, ਸਾਕ ਸੰਬੰਧੀ ਹੈ। ਜਿਸ ਦਿਨ ਇਹ ਸਰੀਰ ਦੇ ਵਿੱਚੋਂ ਸਵਾਸ ਖਤਮ ਹੋ ਗਏ ਤੇ ਗੁਰਮੁਖ ਪਿਆਰੇ, ਉਸ ਦਿਨ ਅਸੀਂ ਬਿਲਕੁਲ ਇਕੱਲੇ ਰਹਿ ਜਾਵਾਂਗੇ। ਉਸ ਦਿਨ ਸਾਡੀ ਕੋਈ ਮਦਦ ਨਹੀਂ ਕਰੇਗਾ। ਇਸ ਕਰਕੇ ਅਸੀਂ ਉਸ ਗੁਰੂ ਦਾ ਪੱਲਾ ਫੜੀਏ, ਉਸ ਗੁਰੂ ਵਾਲੇ ਬਣੀਏ ਜਿਸ ਨੇ ਸਾਡੀ ਮਦਦ ਕਰਨੀ ਹੈ। ਜਿੱਥੇ ਕੋਈ ਨਹੀਂ ਸਾਡੀ ਸਹਾਇਤਾ ਕਰੇਗਾ, ਉੱਥੇ ਫਿਰ ਉਹ ਗੁਰੂ ਕਰੇਗਾ। ਤੇ ਗੁਰਮੁਖ ਪਿਆਰੇ, ਉਹ ਤਾਂ ਕਰੇਗਾ ਜੇ ਅਸੀਂ ਗੁਰੂ ਵਾਲੇ ਬਣਾਂਗੇ। ਜੇ ਅਸੀਂ ਗੁਰੂ ਵਾਲੇ ਨਹੀਂ ਬਣੇ ਤੇ ਫਿਰ ਗੁਰਮੁਖ ਪਿਆਰੋ, ਫਿਰ ਸਾਡੀ ਸਹਾਇਤਾ ਵੀ ਕੋਈ ਨਹੀਂ ਕਰੇਗਾ। ਇਸ ਕਰਕੇ ਅਸੀਂ ਸਾਰੇ ਜੀਵ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਤੇ ਗੁਰਮੁਖ ਪਿਆਰੋ ਆਪਣਾ ਜੀਵਨ ਸਫਲ ਕਰੀਏ। ਸੋ ਗੁਰਮੁਖ ਪਿਆਰੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।